ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। बैठक वालियां वालों सारियां प्राहुणियां नूं जी आयां नूं। अज असीं तुहाडी खिदमत च पंजाब दी लोक दानिश यानी फोक विजडम, पंजाबी अखाण यानी पंजाबी दियां कहावतां दी सूरत च पेश कर रहे हैं। तो आओ अज दी बैठक शुरू करिए। पहली अखाण है कि अपना मारेगा ते छावें ही सुट्टेगा। मतलब अगर अपने कदी नाराज़ हो जान, कदी दुश्मनियां भी अपनियां दे विच पै जान, ते फिर भी वो दुश्मनी दी उस इंतहा नूं नहीं जांदे जिन्नू कोई गैर जा सकता है। वो उन्ना जुल्म नहीं कर सकता जिन्ना कोई गैर कर सकता है। दूजी अखाण है भरा भरावां नूं ते चिच्चड़ कावां नूं। ਜਿਹੜੇ ਪਿੰਡਾਂ ਥਾਵਾਂ ਦੇ ਰਹਿਣ ਵਾਲੇ ਦੋਸਤ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਡੰਗਰਾਂ ਜਾਨਵਰਾਂ ਮਵੇਸ਼ੀਆਂ ਨੂੰ ਜਿਹੜੇ ਚਿੱਚੜ ਲੱਗ ਜਾਂਦੇ ਨੇ, ਉਹ ਕਾਂ ਆਉਂਦੇ ਨੇ ਡੰਗਰਾਂ ਦੇ ਉੱਤੇ ਬਹਿੰਦੇ ਨੇ ਤੇ ਉਹਨਾਂ ਚਿੱਚੜਾਂ ਨੂੰ ਖਾ ਖੂ ਜਾਂਦੇ ਨੇ। ਮਤਲਬ ਉਹ ਚਿੱਚੜ ਕਾਵਾਂ ਦੇ ਕੰਮ ਆਉਂਦੇ ਨੇ। ਇਸੇ ਤਰ੍ਹਾਂ ਉਹ ਭਰਾ ਜਿਨ੍ਹਾਂ ਦੇ ਬਾਰੇ 'ਚ ਲੋਕੀ ਸਮਝਦੇ ਨੇ ਕਿ ਇਹ ਤੇ ਨਿਕੰਮਾ ਹੈ, ਇਹ ਮੇਰੇ ਕਿਸੇ ਕੰਮ ਦਾ ਨਹੀਂ, ਇਹਦਾ ਮੇਰੇ ਨਾਲ ਕੋਈ ਉਸ ਤਰ੍ਹਾਂ ਦਾ ਤਲਕ ਕਰੀਬੀ ਨਹੀਂ ਰਿਹਾ, ਉਹ ਵੀ ਕਦੀ ਨਾ ਕਦੀ ਭਰਾ ਦੇ ਕੰਮ ਆ ਹੀ ਜਾਂਦਾ ਹੈ, ਭਾਵੇਂ ਉਹਨੂੰ ਨਿਕੰਮਾ ਹੀ ਕਿਉਂ ਨਾ ਸਮਝਿਆ ਜਾ ਰਿਹਾ ਹੋਏ। ਤੀਜਾ ਅਖਾਣ ਜੇ ਪੁੱਤਰ ਜੰਮਦੇ ਹੀ ਜਵਾਨ ਹੁੰਦੇ ਨੇ। ਸਾਡੇ ਪੰਜਾਬ ਦੀ ਰਹਿਤਲ ਦੇ ਵਿੱਚ ਖਾਸ ਤੌਰ 'ਤੇ ਪੁੱਤਰਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ। ਖਾਸ ਤੌਰ 'ਤੇ ਜਿਹੜੇ ਜ਼ਮੀਨਦਾਰ ਕਿਸਮ ਦੇ ਘਰਾਣੇ ਨੇ ਉੱਥੇ ਤੇ ਹੋਰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ। ਅਤੇ ਇਹੀ ਸਮਝਿਆ ਜਾਂਦਾ ਹੈ ਕਿ ਪੁੱਤਰ ਜਦੋਂ ਜੰਮਦਾ ਹੈ ਤਾਂ ਮਾਂ ਪਿਓ ਆਪਣੀਆਂ ਸਾਰੀਆਂ ਆਸਾਂ ਉਮੀਦਾਂ ਉਹਦੇ ਨਾਲ ਜੋੜ ਲੈਂਦੇ ਨੇ ਕਿ ਜਦੋਂ ਕਦੀ ਜ਼ਿੰਦਗੀ 'ਚ ਸਾਨੂੰ ਆਸਰੇ ਦੀ ਲੋੜ ਪਵੇਗੀ ਤਾਂ ਪੁੱਤਰ ਸਾਡਾ ਆਸਰਾ ਬਣੇਗਾ। ਔਰ ਇਹ ਗੱਲ ਠੀਕ ਵੀ ਹੈ। ਉਸ ਤੋਂ ਬਾਅਦ ਅਖਾਣ ਜੇ ਕਿ ਪੁੱਤਰ ਕਪੁੱਤਰ ਹੋ ਜਾਂਦੇ ਨੇ ਪਰ ਮਾਪੇ ਕਮਾਪੇ ਨਹੀਂ ਹੁੰਦੇ। ਮਤਲਬ ਪੁੱਤਰ ਉਹ ਫਰਜ਼ ਜਿਹੜਾ ਪੁੱਤਰਾਂ ਦੇ ਫਰਾਇਜ਼ ਹੁੰਦੇ ਨੇ ਉਹ ਅਦਾ ਕਰਨ ਜਾਂ ਨਾ ਕਰਨ, ਮਾਪੇ ਹਮੇਸ਼ਾ ਮਾਪਿਆਂ ਦੇ ਫਰਾਇਜ਼ ਸਰ ਅੰਜਾਮ ਦਿੰਦੇ ਨੇ। ਯਾਨੀ ਪੁੱਤਰ ਮਾਪਿਆਂ ਦਾ ਖਿਆਲ ਰੱਖਣ ਜਾਂ ਨਾ ਰੱਖਣ, ਮਾਪੇ ਹਮੇਸ਼ਾ ਉਹਨਾਂ ਦੇ ਨਾਲ ਉਸੇ ਤਰ੍ਹਾਂ ਮੁਹੱਬਤ ਕਰਦੇ ਨੇ ਜਿਸ ਤਰ੍ਹਾਂ ਉਹ ਪਿਆਰ ਕਰਨ ਵਾਲੇ, ਖਿਆਲ ਰੱਖਣ ਵਾਲੇ ਪੁੱਤਰ ਦਾ ਕਰਦੇ ਨੇ। ਇਸ ਤੋਂ ਅਗਲਾ ਅਖਾਣ ਜੇ ਧੀ ਉਸਰੀ ਤੇ ਖਾਣ ਪੀਣ ਵਿਸਰਿਆ। ਯਾਨੀ ਜਦੋਂ ਧੀਆਂ ਜਵਾਨ ਹੋ ਜਾਂਦੀਆਂ ਨੇ, ਕੱਦ ਕਾਠ ਉਹਨਾਂ ਦਾ ਨਿਕਲ ਆਉਂਦਾ ਹੈ, ਵੱਡੀਆਂ ਹੋ ਜਾਂਦੀਆਂ ਨੇ ਅਤੇ ਮਾਂ ਪਿਓ ਖਾਣਾ ਪੀਣਾ ਭੁੱਲ ਜਾਂਦੇ ਨੇ। ਯਾਨੀ ਧੀ ਵੱਡੀ ਹੁੰਦੀ ਹੈ ਅਤੇ ਮਾਂ ਪਿਓ ਆਪਣੀਆਂ ਸਾਰੀਆਂ ਫਿਕਰਾਂ ਆਪਣੀ ਜ਼ਾਤ ਦੇ ਹਵਾਲੇ ਨਾਲ ਭੁੱਲ ਕੇ ਅਤੇ ਉਹ ਸਿਰਫ ਆਪਣੀ ਧੀ ਦੇ ਵਿਆਹ ਦੇ ਬਾਰੇ 'ਚ ਸੋਚਣਾ ਸ਼ੁਰੂ ਕਰ ਦਿੰਦੇ ਨੇ। ਜੀ ਅਗਲਾ ਅਖਾਣ ਜੇ ਕਿ ਧੀ ਅਤੇ ਜ਼ਮੀਨ ਦਾ ਵਟਿਆ ਪੈਸਾ ਭੈੜਾ ਹੁੰਦਾ ਹੈ। ਪੂਰੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਹੀ ਹੈ, ਲੇਕਿਨ ਖਾਸ ਤੌਰ 'ਤੇ ਪੰਜਾਬ ਔਰ ਪੰਜਾਬ ਦਾ ਜਿਹੜਾ ਪੁਰਾਣਾ ਪੰਜਾਬ ਸੀ ਉਹਦੇ ਵਿੱਚ ਇਸ ਚੀਜ਼ ਨੂੰ ਬੜਾ ਨਾਪਸੰਦ ਕੀਤਾ ਜਾਂਦਾ ਸੀ ਕਿ ਕੋਈ ਆਪਣੀ ਜ਼ਮੀਨ ਵੇਚ ਛੱਡੇ। ਅਤੇ ਜ਼ਾਹਿਰ ਹੈ ਦੂਸਰੇ ਪਾਸੇ ਅਗਰ ਵੇਖੋ ਤੇ ਧੀਆਂ ਵਿਆਹਣ ਲੱਗਿਆਂ ਉਹਨਾਂ ਦੇ ਸਹੁਰਿਆਂ ਕੋਲੋਂ ਪੈਸੇ ਤਾਂ ਨਹੀਂ ਲਈਦੇ। ਅਤੇ ਮਤਲਬ ਪੰਜਾਬ ਦੇ ਸਿਆਣਿਆਂ ਦਾ ਇਹ ਕਹਿਣਾ ਹੈ ਕਿ ਆਪਣੀ ਜ਼ਮੀਨ ਵੇਚਣਾ ਓਨਾ ਹੀ ਭੈੜਾ ਕੰਮ ਹੈ ਜਿੰਨਾ ਆਪਣੀ ਧੀ ਨੂੰ ਵੇਚਣਾ ਭੈੜਾ ਕੰਮ ਹੈ। ਪੁਰਾਣਿਆਂ ਵਕਤਾਂ 'ਚ ਇਸ ਗੱਲ ਦਾ ਲੋਕੀ ਬੜਾ ਖਿਆਲ ਰੱਖਦੇ ਸੀ। ਇਸ ਤੋਂ ਅਗਲਾ ਅਖਾਣ ਜੇ ਕਿ ਧੀਆਂ ਕੋਲੋਂ ਨਾ ਡਰੀਏ, ਧੀਆਂ ਦੇ ਲੇਖਾਂ ਕੋਲੋਂ ਡਰੀਏ। ਮਤਲਬ ਲੋਕੀ ਕਹਿੰਦੇ ਨੇ ਕਿ ਧੀਆਂ ਜੰਮਦੀਆਂ ਨੇ ਅਤੇ ਲੋਕੀ ਪਰੇਸ਼ਾਨ ਹੋ ਜਾਂਦੇ ਨੇ। ਉਹਦੀ ਵਜ੍ਹਾ ਇਹ ਨਹੀਂ ਹੁੰਦੀ ਕਿ ਧੀਆਂ ਕੋਲੋਂ ਡਰਦੇ ਨੇ, ਧੀਆਂ ਦੇ ਲੇਖਾਂ ਕੋਲੋਂ, ਉਹਨਾਂ ਦੇ ਮੁਕੱਦਰਾਂ ਕੋਲੋਂ ਡਰਦੇ ਨੇ ਕਿ ਪਤਾ ਨਹੀਂ ਕੱਲ੍ਹ ਨੂੰ ਕਿਹੋ ਜਿਹੇ ਵਰ ਮਿਲਣ ਅਤੇ ਕਿਹੋ ਜਿਹੇ ਘਰਾਂ ਵਿੱਚ ਉਹਨਾਂ ਨੂੰ ਕਿਹੋ ਜਿਹੇ ਹਾਲਾਤ ਦੇ ਵਿੱਚ ਜਾ ਕੇ ਰਹਿਣਾ ਪਵੇ। ਅਗਲਾ ਅਖਾਣ ਜੇ ਕਿ ਸ਼ਰੀਕ ਕੋਲ ਗੋਸ਼ਤ ਖਾਂਦਾ ਹੋਵੇ ਅਤੇ ਆਪ ਗੰਢਾ ਹੀ ਭੰਨ ਲਈਦਾ। ਮਤਲਬ ਅਗਰ ਕੋਈ ਸ਼ਰੀਕ, ਸਾਡੀ ਪੰਜਾਬੀ ਜ਼ੁਬਾਨ ਦੇ ਵਿੱਚ ਇਹੋ ਜਿਹੇ ਰਿਸ਼ਤੇਦਾਰਾਂ ਨੂੰ ਕਿਹਾ ਜਾਂਦਾ ਹੈ ਕਿ ਜਿਹੜੇ ਵਿਰਾਸਤ ਦੇ ਵਿੱਚ ਸ਼ਰੀਕ ਹੁੰਦੇ ਨੇ। ਯਾਨੀ ਖਾਸ ਤੌਰ 'ਤੇ ਤਾਇਆਂ ਚਾਚਿਆਂ ਦੇ ਪੁੱਤਰਾਂ ਦੇ ਬਾਰੇ 'ਚ ਸ਼ਰੀਕ ਜਾਂ ਸ਼ਰੀਕੇ ਦਾ ਲਫ਼ਜ਼ ਬੋਲਿਆ ਜਾਂਦਾ ਹੈ। ਅਤੇ ਮਤਲਬ ਕਿ ਦੂਸਰਿਆਂ ਦੇ ਸਾਹਮਣੇ ਆਪਣੀ ਸਫੈਦ ਪੋਸ਼ੀ ਦਾ ਭਰਮ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਗਰ ਦੂਸਰਾ ਤੁਹਾਡੀ ਬਦਹਾਲੀ ਤੋਂ ਖੁਸ਼ ਹੋਣ ਵਾਲਾ ਬੰਦਾ ਹੋਏ ਅਤੇ ਉਹਦੇ ਸਾਹਮਣੇ ਆਪਣੇ ਆਪ ਨੂੰ ਖੁਸ਼ਹਾਲ ਬਣਾ ਕੇ ਪੇਸ਼ ਕਰਨ 'ਚ ਕੋਈ ਹਰਜ ਨਹੀਂ ਹੁੰਦਾ। ਮਤਲਬ ਇਹ ਐਸਾ ਵਿਖਾਵਾ ਨਹੀਂ ਕਿ ਜਿਹਨੂੰ ਬੁਰਾ ਸਮਝਿਆ ਜਾਏ। ਇਸ ਤੋਂ ਅਗਲਾ ਅਖਾਣ ਜੇ ਕਿ ਸ਼ਰੀਕ ਲਾਵੇ ਲੀਕ ਪੁੱਜੇ ਜਿੱਥੋਂ ਤੀਕ। ਅਤੇ ਸ਼ਰੀਕ ਦੇ ਬਾਰੇ 'ਚ ਹੁਣੇ ਜਿਹੜੀ ਗੱਲ ਦੱਸੀ ਕਿ ਸ਼ਰੀਕ ਕਿਹਨੂੰ ਕਹਿੰਦੇ ਨੇ, ਅਤੇ ਕਹਿੰਦੇ ਨੇ ਕਿ ਉਹਦਾ ਜਿੱਥੇ ਵਸ ਚੱਲਦਾ ਹੈ ਉਹਦੇ ਦਿਲ ਦੇ ਵਿੱਚ, ਕਿਉਂਕਿ ਇੱਕ ਦੁਸ਼ਮਣੀ, ਇੱਕ ਮੁਖਾਲਫਤ ਬਿਲਉਮੂਮ ਵਿਰਾਸਤ ਦੇ ਮਾਮਲਾਤ 'ਚ ਹੁੰਦੀ ਹੈ। ਇਸ ਵਜ੍ਹਾ ਤੋਂ ਜਿੱਥੇ ਉਹਦਾ ਹੱਥ ਪੈਂਦਾ ਹੈ ਉਹ ਬੰਦੇ ਨੂੰ ਨੁਕਸਾਨ ਪਹੁੰਚਾਉਣ, ਬਿਲਖਸੂਸ ਬੰਦੇ ਨੂੰ ਬਦਨਾਮ ਕਰਨ ਤੋਂ ਪਰਹੇਜ਼ ਗੁਰੇਜ਼ ਨਹੀਂ ਕਰਦਾ। ਅਗਲਾ ਅਖਾਣ ਜੇ ਕੁੱਤਾ ਸੋ ਜੋ ਭੈਣ ਘਰ ਭਾਈ, ਕੁੱਤਾ
ਜੋ ਸਹੁਰੇ ਘਰ ਜਵਾਈ। ਪੰਜਾਬ ਦੀ ਰਹਿਤਲ ਦੇ ਵਿੱਚ ਇਸ ਚੀਜ਼ ਨੂੰ ਬੜਾ ਨਾਪਸੰਦ ਕੀਤਾ ਜਾਂਦਾ ਹੈ ਕਿ ਭਰਾ ਭੈਣ ਦੇ ਘਰ ਜਾ ਕੇ ਰਵੇ ਜਾਂ ਜਵਾਈ ਸਹੁਰੇ ਘਰ ਜਾ ਕੇ ਰਵੇ। ਯਾਨੀ ਇਹਦੇ 'ਚ ਮਿਸਾਲ ਜਦੋਂ ਸਿਆਣਿਆਂ ਨੇ ਇਹ ਅਖਾਣ ਆਖਿਆ ਸੀ ਤੇ ਉਦੋਂ ਉਹਨਾਂ ਦਾ ਮਤਲਬ ਤੇ ਇਹ ਸੀ ਕਿ ਕੋਈ ਕਿਸੇ ਦੇ ਡੇਰੇ ਤੇ ਜਾ ਕੇ ਪੱਕਾ ਬਹਿ ਨਾ ਜਾਏ। ਲੇਕਿਨ ਇਹਦੇ ਤੇ ਅਮਲ ਪੰਜਾਬ ਦੇ ਵਿੱਚ ਜ਼ਿਆਦਾ ਸਖਤੀ ਨਾਲ ਕੀਤਾ ਜਾਂਦਾ ਸੀ ਕਿ ਲੋਕ ਇਸ ਚੀਜ਼ ਨੂੰ ਵੀ ਪਸੰਦ ਨਹੀਂ ਸੀ ਕਰਦੇ ਕਿ ਭੈਣ ਘਰ ਜਾ ਕੇ ਭਰਾ ਪਾਣੀ ਦਾ ਇੱਕ ਘੁੱਟ ਵੀ ਪੀ ਲਵੇ ਜਾਂ ਜਵਾਈ ਸਹੁਰੇ ਘਰ ਜਾ ਕੇ ਉਹਨਾਂ ਕੋਲੋਂ ਖਾਤਰਾ ਕਰਾਂਦਾ ਰਵੇ। ਤੇ ਇਸ ਤੋਂ ਅਗਲਾ ਅਖਾਣ ਜੇ ਕਿ ਖੋਟਾ ਪੁੱਤਰ ਤੇ ਖੋਟਾ ਪੈਸਾ ਵੇਲੇ ਸਿਰ ਕੰਮ ਆਉਂਦੇ ਨੇ। ਮਤਲਬ ਇਹ ਦੋਨੋਂ ਇਹੋ ਜਿਹੀਆਂ ਚੀਜ਼ਾਂ ਨੇ, ਖੋਟੇ ਪੈਸੇ ਦਾ ਤੇ ਖੋਟੇ ਪੁੱਤਰ ਦਾ, ਇਹ ਉਹਨਾਂ ਦੇ ਬਾਰੇ 'ਚ ਸੋਚਿਆ ਜਾਂਦਾ ਹੈ ਕਿ ਇਹ ਕਦੀ ਵੀ ਕੰਮ ਨਹੀਂ ਆਉਂਦੇ। ਲੇਕਿਨ ਜਦੋਂ ਬੰਦੇ ਦੇ ਕੋਲ ਕੋਈ ਚਾਰਾ ਨਾ ਰਹਿ ਜਾਵੇ ਤੇ ਉਹ ਖੋਟਾ ਪੈਸਾ ਵੀ ਚਲਾ ਲੈਂਦਾ ਤੇ ਉਹ ਪੁੱਤਰ ਜਿਹਨੇ ਜ਼ਿੰਦਗੀ 'ਚ ਕਦੀ ਤੁਹਾਡਾ ਕੋਈ ਭਲਾ ਨਹੀਂ ਕੀਤਾ ਹੁੰਦਾ, ਬਾਜ਼ ਔਕਾਤ ਜ਼ਰੂਰਤ ਪੈਂਦੀ ਹੈ ਤੇ ਉਹ ਵੀ ਕਿਸੇ ਨਾ ਕਿਸੇ ਕੰਮ ਆ ਹੀ ਜਾਂਦਾ ਹੈ। ਤੇ ਅਗਲਾ ਅਖਾਣ ਜੇ ਘਰ ਦੇ ਭਾਂਡੇ ਵੀ ਆਪੋ ਵਿੱਚ ਖਹਿ ਪੈਂਦੇ ਨੇ। ਮਤਲਬ ਭਾਂਡੇ ਜਦੋਂ ਰੱਖੇ ਜਾਂਦੇ ਨੇ, ਧੋਤੇ ਜਾਂਦੇ ਨੇ ਤੇ ਉਹ ਆਪਸ 'ਚ ਟਕਰਾਉਂਦੇ ਨੇ, ਸ਼ੋਰ ਹੁੰਦਾ ਹੈ। ਤੇ ਇਸ ਅਖਾਣ ਦਾ ਮਤਲਬ ਇਹ ਹੈ ਕਿ ਜਿੱਥੇ ਲੋਕ ਇਨਸਾਨ ਇੱਕ ਦੂਸਰੇ ਦੇ ਨਾਲ ਰਹਿੰਦੇ ਨੇ ਤੇ ਕਦੀ ਨਾ ਕਦੀ ਛੋਟੀ ਮੋਟੀ ਨਾਰਾਜ਼ਗੀ, ਛੋਟਾ ਮੋਟਾ ਇਖਤਲਾਫ ਉਹਨਾਂ ਦੇ ਵਿੱਚ ਵੀ ਹੋ ਹੀ ਪੈਂਦਾ। ਯਾਨੀ ਇਹ ਕੋਈ ਐਡੀ ਪਰੇਸ਼ਾਨੀ ਵਾਲੀ ਗੱਲ ਨਹੀਂ। ਜਿੱਥੇ ਲੋਕ ਇਨਸਾਨ ਇਕੱਠੇ ਰਹਿਣਗੇ ਉਹਨਾਂ ਦਾ ਕੁਛ ਨਾ ਕੁਛ ਇਖਤਲਾਫ ਆਪਸ ਦੇ ਵਿੱਚ ਜ਼ਰੂਰ ਹੋਏਗਾ ਜੀ। ਇਸ ਤੋਂ ਅਗਲਾ ਅਖਾਣ ਜੇ ਘਰੀ ਪੱਕਦਿਆਂ ਦੇ ਅੰਗ ਸਾਕ ਸਾਰੇ। ਯਾਨੀ ਜਿਨ੍ਹਾਂ ਲੋਕਾਂ ਦੇ ਘਰ ਚੰਗਾ ਚੋਖਾ ਪੱਕਦਾ, ਰਿਸ਼ਤੇਦਾਰ ਵੀ ਸਾਰੇ ਉਹਨਾਂ ਦੇ ਘਰ ਹੀ ਆਉਂਦੇ ਨੇ। ਮਤਲਬ ਜਿਹੜਾ ਸਾਡਾ ਰਿਸ਼ਤੇਦਾਰ, ਸਾਡਾ ਸਾਕ ਖੁਸ਼ਹਾਲ ਹੁੰਦਾ, ਅਸੀਂ ਸਾਰੇ ਉਹਦੇ ਸਾਕ ਹੁੰਦੇ ਆ, ਉਹਦੇ ਰਿਸ਼ਤੇਦਾਰ ਹੁੰਦੇ ਆ, ਉਹਦੇ ਪ੍ਰਾਹੁਣੇ ਬਣਨੇ ਆ। ਤੇ ਜਿਹੜਾ ਬਦਹਾਲ ਹੁੰਦਾ ਉਹਦੇ ਘਰ ਜਾਣਾ, ਉਹਦੇ ਨਾਲ ਤਲਕ ਜੋੜਨਾ ਕੋਈ ਪਸੰਦ ਨਹੀਂ ਕਰਦਾ ਜੀ। ਇਸ ਤੋਂ ਅਗਲਾ ਅਖਾਣ ਮੈਨੂੰ ਬੜਾ ਸੋਹਣਾ ਲੱਗਦਾ ਕਿ ਮਾਵਾਂ ਧੀਆਂ ਲੜਦੀਆਂ, ਲੋਕ ਆਖਣ ਗੱਲਾਂ ਕਰਦੀਆਂ। ਮਤਲਬ ਜਿਹੜੇ ਕਰੀਬੀ ਤਰੀਨ ਰਿਸ਼ਤੇ ਨੇ, ਇੱਥੇ ਉਹਨਾਂ ਮਾਵਾਂ ਧੀਆਂ ਦੀ ਮਿਸਾਲ ਦਿੱਤੀ ਹੈ। ਇਸ ਤੋਂ ਵੱਧ ਕਰੀਬੀ ਰਿਸ਼ਤਾ ਤੇ ਕੋਈ ਹੋ ਨਹੀਂ ਸਕਦਾ। ਇਹਨਾਂ ਦਾ ਇੱਕ ਦੂਜੇ ਤੋਂ ਕੋਈ ਓਲਾ ਨਹੀਂ ਹੁੰਦਾ ਤੇ ਇਹ ਜੇ ਆਪਸ 'ਚ ਲੜ ਵੀ ਪੈਂਦੀਆਂ ਨੇ ਤੇ ਲੋਕੀ ਕਹਿੰਦੇ ਨੇ ਗੱਲਾਂ ਕਰ ਰਹੀਆਂ ਹੋਣਗੀਆਂ। ਮਤਲਬ ਇਹਨਾਂ ਦੀ ਨਾਰਾਜ਼ਗੀ ਨਹੀਂ ਹੁੰਦੀ, ਇਹ ਆਪੇ ਹੀ ਨਾਰਾਜ਼ ਹੁੰਦੀਆਂ ਨੇ, ਲੜਦੀਆਂ ਨੇ ਤੇ ਬਗੈਰ ਕਿਸੇ ਦੇ ਮਨਾਇਓ ਥੋੜੀ ਦੇਰ ਬਾਅਦ ਇਹਨਾਂ ਦੀ ਸੁਲ੍ਹਾ ਵੀ ਹੋ ਗਈ ਹੁੰਦੀ ਹੈ। ਇਹਨਾਂ ਨੂੰ ਕੋਈ ਇਹਤਮਾਮ ਕਰਕੇ ਆਪਸ 'ਚ ਸੁਲ੍ਹਾ ਕਰਨੀ ਨਹੀਂ ਪੈਂਦੀ। ਇਸ ਤੋਂ ਅਗਲਾ ਅਖਾਣ ਜੇ ਕਿ ਮਾਵਾਂ ਨਾਲ ਨਾਨਕੇ ਤੇ ਪਿਓਆਂ ਨਾਲ ਦਾਦਕੇ। ਜ਼ਾਹਿਰ ਹੈ ਜੀ ਜਿਹੜਾ ਵਾਸਤਾ ਹੈ ਤੁਹਾਡੇ ਦਰਮਿਆਨ, ਮਤਲਬ ਇਹ ਮੈਂ ਵਾਂ ਤੇ ਇਹ ਮੇਰੇ ਨਾਨਕੇ ਨੇ ਤੇ ਦਰਮਿਆਨ 'ਚ ਜਿਹੜਾ ਵਾਸਤਾ ਹੈ ਉਹ ਮੇਰੀ ਮਾਂ ਹੈ। ਤੇ ਜਦੋਂ ਤੱਕ ਮਾਵਾਂ ਰਹਿੰਦੀਆਂ ਨੇ ਉਦੋਂ ਤੱਕ ਨਾਨਕਿਆਂ ਦੇ ਨਾਲ ਵੀ ਪਿਆਰ ਰਹਿੰਦਾ। ਉਸ ਤੋਂ ਬਾਅਦ ਜ਼ਾਹਿਰ ਹੈ ਕਿ ਉਹਨਾਂ ਦੀ ਭੈਣ, ਉਹਨਾਂ ਦੀ ਧੀ ਨਾ ਰਹੀ ਤੇ ਪਿਆਰ ਵੀ ਉਸ ਤਰ੍ਹਾਂ ਨਹੀਂ ਰਹਿੰਦਾ। ਤੇ ਬਿਲਕੁਲ ਇਸੇ ਤਰ੍ਹਾਂ ਦਾਦਕਿਆਂ ਦੇ ਨਾਲ ਵੀ ਜੇ ਪਿਓ ਨਾ ਰਵੇ ਤੇ ਦਾਦਕਿਆਂ ਦੇ ਨਾਲ ਵੀ ਤਲਕ ਉਸ ਤਰ੍ਹਾਂ ਮਜ਼ਬੂਤ ਨਹੀਂ ਰਹਿੰਦਾ। ਇਸ ਤੋਂ ਅਗਲਾ ਅਖਾਣ ਪੂਰੀ ਦੁਨੀਆ ਦੇ ਹਵਾਲੇ ਨਾਲ ਹੀ ਮੁਨਾਸਬ ਹੈ ਕਿ ਮੈਂ ਨੌਂ ਬਣੀ ਤੇ ਮੈਨੂੰ ਸੱਸ ਚੰਗੀ ਨਾ ਲੱਭੀ, ਮੈਂ ਸੱਸ ਬਣੀ ਤੇ ਮੈਨੂੰ ਨੌਂ ਚੰਗੀ ਨਾ ਲੱਭੀ। ਮਤਲਬ ਹਰ ਔਰਤ ਜਦੋਂ ਉਹ ਨੌਂ ਬਣ ਕੇ ਜਾਂਦੀ ਹੈ ਤੇ ਉਹਨੂੰ ਲੱਗਦਾ ਹੈ ਕਿ ਮੈਂ ਤੇ ਬੜੀ ਅੱਛੀ ਹਾਂ, ਬੜੀ ਚੰਗੀ ਹਾਂ, ਲੇਕਿਨ ਮੇਰੀ ਸੱਸ ਚੰਗੀ ਨਹੀਂ। ਤੇ ਜਦੋਂ ਫਿਰ ਉਹਦੇ ਪੁੱਤਰ ਜਵਾਨ ਹੋ ਜਾਂਦੇ ਨੇ, ਉਹਨਾਂ ਦੇ ਵਿਆਹ ਹੋ ਜਾਂਦੇ ਨੇ, ਉਹਦੀਆਂ ਨੌਹਾਂ ਉਹਦੇ ਘਰ ਆ ਜਾਂਦੀਆਂ ਨੇ ਤੇ ਉਹਨੂੰ ਲੱਗਦਾ ਹੈ ਕਿ ਮੈਂ ਦੁਨੀਆ ਦੀ ਸਭ ਤੋਂ ਚੰਗੀ ਸੱਸ ਹਾਂ, ਪਰ ਮੇਰੀਆਂ ਨੌਹਾਂ ਬੜੀਆਂ ਮਾੜੀਆਂ ਨੇ। ਅਗਰ ਇਹਨੂੰ ਜਨਰਲੀ ਇਸ ਗੱਲ ਨੂੰ ਦੇਖਿਆ ਜਾਏ ਤੇ ਸਾਡੇ ਸਾਰਿਆਂ ਲੋਕਾਂ ਦਾ ਇਹੀ ਮਿਜ਼ਾਜ ਹੈ ਕਿ ਸਾਨੂੰ ਲੱਗਦਾ ਹੈ ਕਿ ਦੁਨੀਆ ਜਹਾਨ ਦੀਆਂ ਖੂਬੀਆਂ ਮੇਰੀ ਜ਼ਾਤ ਦੇ ਅੰਦਰ ਜਮ੍ਹਾਂ ਨੇ ਤੇ ਬਾਕੀ ਸਾਰੇ ਲੋਕ ਗਲਤ ਨੇ ਜੀ। ਇਸ ਤੋਂ ਅਗਲਾ ਅਖਾਣ ਜੇ ਕਿ ਨੌਹਾਂ ਪੁੱਤਾਂ ਨੂੰ ਲੈ ਗਈਆਂ ਤੇ ਧੀਆਂ ਨੂੰ ਲੈ ਗਏ ਹੋਰ, ਬੁੱਢੀ ਬੁੱਢਾ ਐਵੇਂ ਬੈਠੇ ਜਿਵੇਂ ਸੰਨ ਤੇ ਬੈਠੇ ਚੋਰ। ਮਤਲਬ ਮਾਈ ਬਾਬੇ ਨੇ ਜਦੋਂ ਆਪਣੇ ਪੁੱਤਰਾਂ ਨੂੰ ਵਿਆਹ ਦਿੱਤਾ ਤੇ ਉਹ ਆਪਣੀਆਂ ਬੁੱਢੀਆਂ ਨੂੰ ਲੈ ਕੇ ਵੱਖਰੇ ਘਰਾਂ 'ਚ ਰਹਿਣ ਲੱਗ ਗਏ। ਧੀਆਂ ਦੇ ਵਿਆਹ ਹੋ ਗਏ, ਉਹ ਗੈਰਾਂ ਦੇ ਨਾਲ ਤੁਰ ਗਈਆਂ ਤੇ ਮਾਈ ਬਾਬਾ ਹੁਣ ਆਪਣੇ ਘਰ ਦੇ ਵਿੱਚ ਇੰਜ ਬੈਠੇ ਨੇ ਜਿਵੇਂ ਚੋਰ ਉਡੀਕ ਦੇ ਵਿੱਚ ਹੁੰਦਾ ਹੈ ਕਿ ਘਰ ਵਾਲੇ ਘਰੋਂ ਜਾਣ ਤੇ ਮੈਂ ਇਹਨਾਂ ਦੀ ਕੰਧ ਪਾੜ ਕੇ ਤੇ ਸਾਰਾ ਕੁਝ ਚੋਰੀ ਕਰਕੇ ਲੈ ਜਾਵਾਂ। ਤੇ ਇਸੇ ਤਰ੍ਹਾਂ ਮਾਈ ਬਾਬਾ ਵੀ ਇਸ ਇੰਤਜ਼ਾਰ 'ਚ ਹੁੰਦੇ ਨੇ ਕਿ ਕਦੀ ਕੋਈ ਪੁੱਤਰ ਪੋਤਾ ਮਿਲਣ ਨੂੰ ਆ ਜਾਏ, ਕਦੀ ਕੋਈ ਧੀ ਤੇ ਕੋਈ ਦੋਤਰਾ ਦੋਤਰੀ ਮਿਲਣ ਨੂੰ ਆ ਜਾਏ ਤੇ ਇੰਤਜ਼ਾਰ ਦੇ ਵਿੱਚ ਹਰ ਵਕਤ ਬੈਠੇ ਰਹਿੰਦੇ ਨੇ ਜੀ। ਉਮੀਦ ਹੈ ਤੁਹਾਨੂੰ ਅੱਜ ਦਾ ਵੀਡੀਓ ਪਸੰਦ ਆਇਆ ਹੋਵੇਗਾ ਤੇ ਅਸੀਂ ਆਇੰਦਾ ਵੀ ਇਸ ਪੰਜਾਬੀ ਫੋਕ ਵਿਜ਼ਡਮ ਨੂੰ, ਪੰਜਾਬੀ ਅਖਾਣਾਂ ਨੂੰ ਤੁਹਾਡੀ ਖਿਦਮਤ 'ਚ ਪੇਸ਼ ਕਰਾਂਗੇ। ਅਗਲੇ ਵੀਡੀਓ ਦੇ ਵਿੱਚ ਅਸੀਂ ਯਾਰੀ ਦੋਸਤੀ ਤੇ ਗਵਾਂਢ
ਤੇ ਅਖਲਾਕੀਆਤ ਦੇ ਹਵਾਲੇ ਨਾਲ ਕੁਝ ਅਖਾਣ ਤੁਹਾਨੂੰ ਸੁਣਾਵਾਂਗੇ ਤੇ ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਵੀਡੀਓ ਪਸੰਦ ਆਇਆ ਹੋਵੇਗਾ। ਤੁਹਾਡਾ ਬਹੁਤ ਸ਼ੁਕਰੀਆ।